कणक बीजी, कणक पाली, कणक संभाली, जदों कणक वेचण की वारी आई वही रेट सरकार ने 1800 कर दिता। कहते जी वेच लो जिथे तुहाडा दिल करदा, जिथे विकदी है वेच लो। ਉਹੀ ਕਣਕ 2 ਮਹੀਨਿਆਂ ਬਾਅਦ 3800 ਨੂੰ ਵਿਕ ਰਹੀ। ਅੱਜ ਵੀ ਕਣਕ ਦਾ ਰੇਟ 3800 ਤੋਂ 4000 ਤੱਕ ਹੈ। ਸਾਡੇ ਕੋਲੋਂ 1800 ਨੂੰ ਲੈ ਕੇ ਸਟਾਕੀਏ ਨੇ ਸਟਾਕ ਕੀਤੀ, ਆੜਤੀਆਂ ਨੇ ਸਟਾਕ ਕੀਤੀ। ਹੁਣ ਜਦੋਂ 2 ਮਹੀਨਿਆਂ ਬਾਅਦ ਉਹੀ ਕਣਕ ਉਹੀ ਬੰਦੇ ਵੇਚ ਰਹੇ ਨੇ 4000 ਨੂੰ 3800 ਨੂੰ, ਕੀ ਗੱਲ ਕਿਸਾਨ ਦੀ ਕਿਉਂ ਨਹੀਂ ਖਰੀਦੀ ਗਈ? ਜ਼ਰਾ ਇੱਕ ਪਲ ਦੇ ਲਈ ਰੁਕ ਕੇ ਸੋਚੋ ਤੇ ਸਹੀ ਕਿ ਇਹ ਜ਼ਮੀਨ ਸਿਰਫ ਇੱਕ ਮਿੱਟੀ ਨਹੀਂ, ਇਹ ਜ਼ਮੀਨ ਇੱਕ ਕਹਾਣੀ ਹੈ। ਇੱਕ ਨਹੀਂ ਬਲਕਿ ਬਹੁਤ ਸਾਰੀਆਂ ਕਹਾਣੀਆਂ ਨੇ। ਇਸ ਜ਼ਮੀਨ ਤੇ ਕਦੀ ਕਿਸੇ ਨੇ ਹਲ ਵਾਇਆ, ਕਦੀ ਕਿਸੇ ਨੇ ਪਸੀਨਾ ਵਹਾਇਆ, ਤੇ ਅੱਜ ਕੋਈ ਇਸ ਜ਼ਮੀਨ ਤੇ ਖਲੋ ਕੇ ਆਪਣੀਆਂ ਰੀਲਾਂ ਬਣਾ ਰਿਹਾ। ਸਵਾਲ ਇਹ ਨਹੀਂ ਕਿ ਕੌਣ ਗਲਤ ਹੈ, ਸਵਾਲ ਇਹ ਵੇ ਕਿ ਭੁੱਲ ਕੌਣ ਰਿਹਾ। ਇੱਕ ਵਕਤ ਇਹ ਹੋਣਾ ਇਸ ਜ਼ਮੀਨ ਤੇ ਜਿਹੜੀ ਅੱਜ ਅਸੀਂ ਆਪਣੇ ਨਾਵੇਂ ਲਿਖਦੇ ਹਾਂ ਕਿ ਇਹ ਜ਼ਮੀਨ ਯਾਦ ਕਰੋ ਸਾਡੇ ਦਾਦੇ ਪੜਦਾਦੇ ਜਦੋਂ ਹੁੰਦੇ ਸੀ ਉਹ ਇਹਨੂੰ ਕਿਸ ਤਰੀਕੇ ਨਾਲ ਵਾਹੁੰਦੇ ਹੁੰਦੇ ਸਨ, ਕਿਸ ਤਰ੍ਹਾਂ ਦੇ ਨਾਲ ਇਹਦੀ ਬਿਜਾਈ ਹੁੰਦੀ ਸੀ, ਕਿਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਬੀਜ ਬੀਜਿਆ ਜਾਂਦਾ ਸੀ। ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਦੇ ਕੋਲ ਆਈ ਟਰੈਕਟਰ ਆ ਗਿਆ, ਹਲ ਆ ਗਿਆ, ਜ਼ਰੀ ਹਾਲਾਤ ਆ ਗਿਆ, ਜਿਨ੍ਹਾਂ ਦੇ ਨਾਲ ਕੰਮ ਕਰਨਾ ਤੇ ਥੋੜ੍ਹਾ ਜਿਹਾ ਆਸਾਨ ਹੋ ਗਿਆ, ਪਰ ਮਿਹਨਤ ਉਸ ਤੋਂ ਵੀ ਵੱਧ ਗਈ। ਅੱਜ ਜਦੋਂ ਸਾਡੇ ਤੱਕ ਇਹ ਗੱਲ ਪਹੁੰਚੀ ਹੈ, ਇਹ ਧਰਤੀ ਦੀ ਡੋਰ ਸਾਡੇ ਹੱਥ ਦੇ ਵਿੱਚ ਆਈ ਹੈ। ਕੰਮ ਕਰਨ ਵਾਸਤੇ ਔਜ਼ਾਰ ਬਹੁਤ ਨੇ, ਲੇਕਿਨ ਕੰਮ ਕਰਕੇ ਕੋਈ ਰਾਜ਼ੀ ਨਹੀਂ, ਮਿਹਨਤ ਕਰਕੇ ਕੋਈ ਰਾਜ਼ੀ ਨਹੀਂ। ਇੱਕ ਉਹ ਵਕਤ ਸੀ ਜਦੋਂ ਇੱਥੇ ਹੀ ਢੱਗਿਆਂ ਨਾਲ, ਦੰਦਾਂ ਦੇ ਨਾਲ ਹਲ ਵਾਏ ਜਾਂਦੇ ਸਨ। ਮਿਹਨਤ ਬੜੀ ਜ਼ਿਆਦਾ ਸੀ, ਲੇਕਿਨ ਸਾਡੇ ਬਜ਼ੁਰਗ ਕਰਦੇ ਰਹੇ ਨੇ ਔਰ ਸੋਹਣਾ ਕਮਾਉਂਦੇ ਰਹੇ ਨੇ। ਅੱਜ ਜਦੋਂ ਸਾਡੇ ਕੋਲ ਇਸ ਦੇ ਵਾਹਣ ਦੇ ਤਰੀਕੇ, ਹਾਲ ਕਰਾ, ਹਰ ਇੱਕ ਹਾਲਾਤ ਮੌਜੂਦ ਨੇ, ਅਸੀਂ ਫੇਰ ਵੀ ਨਹੀਂ ਕਰ ਰਹੇ। ਕੀ ਵਜ੍ਹਾ ਹੋ ਸਕਦੀ ਹੈ? ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਕਿ ਇੱਕ ਕਿਸਾਨ, ਪਰਸੋਂ ਚੌਥੇ ਦੀ ਗੱਲ ਹੈ, ਇੱਕ ਜ਼ਿਮੀਂਦਾਰ ਆਪਣਾ ਦੁੱਖ ਸੁਣਾ ਰਿਹਾ ਸੀ। ਕਹਿੰਦਾ ਜੀ ਪਿਛਲੇ ਸਾਲ ਸਬਜ਼ੀਆਂ ਦੇ ਬੜੇ ਰੇਟ ਸਨ ਔਰ ਵਾਕਿਆ ਹੀ ਬੜੇ ਰੇਟ ਸਨ। 800 ਰੁਪਏ ਕਿਲੋ ਸਬਜ਼ੀ ਵਿਕੀ ਹੈ। ਕਹਿੰਦਾ ਜੀ ਮੈਂ ਸਬਜ਼ੀ ਬੀਜ ਲਈ। ਸਬਜ਼ੀ ਕੀ ਬੀਜ ਲਈ? ਮੈਂ ਖੀਰੇ ਬੀਜ ਲਿਆ। ਹੁਣ ਜਦੋਂ ਖੀਰਿਆਂ ਨੂੰ ਮੈਂ ਮੌਸਮਾਂ ਕੋਲੋਂ ਬਚਾ ਕੇ, ਬੀ ਪਾ ਕੇ, ਮਹਿੰਗੇ ਖਾਦਾਂ ਪਾ ਕੇ, ਗੋਡੀਆਂ ਕਰਕੇ ਜਦੋਂ ਮੈਂ ਖੀਰੇ ਤਿਆਰ ਕਰ ਲਿਆ ਜੀ, ਮੈਂ ਖੀਰੇ ਤੜਵਾਏ, 5-5 ਸੇਰ ਦੀ ਪੈਕਿੰਗ ਕਰ ਦਿੱਤੀ। ਹੁਣ ਮੇਰੇ ਖੇਤਾਂ ਤੋਂ ਦੁਕਾਨ ਹੈ 2 ਕਿੱਲਿਆਂ ਤੇ, 2 ਕਿੱਲਿਆਂ ਤੇ ਦੁਕਾਨ ਹੈ ਜੇ ਸਬਜ਼ੀ ਵਾਲੀ। ਉਹ ਬੰਦਾ ਸਾਡੇ ਕੋਲੋਂ 5 ਸੇਰ ਦੀ ਪੈਕਿੰਗ ਖਰੀਦ ਰਿਹਾ 50 ਰੁਪਏ ਦੇ ਵਿੱਚ। 2 ਕਿੱਲਿਆਂ ਦਾ ਫਾਸਲਾ ਹੈ, ਉਹ ਬੰਦਾ 5 ਸੇਰ ਖੀਰੇ ਖਰੀਦ ਰਿਹਾ 50 ਰੁਪਏ ਦੇ ਵਿੱਚ ਔਰ ਆਪਣੀ ਦੁਕਾਨ ਤੇ ਲਿਜਾ ਕੇ ਉਹ 50 ਰੁਪਏ ਦੇ ਸੇਰ ਵੇਚ ਰਿਹਾ। 2 ਕਿੱਲਿਆਂ ਦਾ ਫਾਸਲਾ ਹੈ, ਖੇਤਾਂ 'ਚੋਂ ਖਰੀਦ ਰਿਹਾ 50 ਰੁਪਏ ਦੇ 5 ਸੇਰ ਔਰ ਆਪਣੀ ਦੁਕਾਨ ਤੇ ਲਿਜਾ ਕੇ ਉਹ ਵੇਚ ਰਿਹਾ 1 ਸੇਰ 50 ਰੁਪਏ ਦਾ। ਕੀ ਗੱਲ, ਉਹਨੂੰ ਕੋਈ ਇੱਥੇ ਟੈਕਸ ਪੈ ਗਿਆ? ਕੀ ਵਜ੍ਹਾ? ਵਜ੍ਹਾ ਇਹ ਕਿ ਉਹਨੂੰ ਕੋਈ ਪੁੱਛਣ ਵਾਲਾ ਨਹੀਂ। ਕਿਸਾਨ ਕਿਸੇ ਅਦਾਰੇ ਦੇ ਵਿੱਚ ਕੇਸ ਨਹੀਂ ਕਰ ਸਕਦਾ, ਕਿਸਾਨ ਕਿਸੇ ਨੂੰ ਇਹ ਦੁੱਖ ਜਾ ਕੇ ਸੁਣਾ ਨਹੀਂ ਸਕਦਾ ਕਿ ਮੇਰੇ ਕੋਲ ਉਹ ਬੰਦਾ ਸਸਤਾ ਖਰੀਦ ਰਿਹਾ ਔਰ ਆਪਣੀ ਦੁਕਾਨ ਤੇ ਲੈ ਕੇ ਜਾ ਕੇ ਮਹਿੰਗਾ ਵੇਚ ਰਿਹਾ। ਕੀ ਵਜ੍ਹਾ? ਵਜ੍ਹਾ ਇਹ ਵੇ ਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਕਿਸਾਨ ਨੂੰ ਸਿਰਫ ਇਹ ਹੀ ਹੱਕ ਚਾਹੀਦਾ ਕਿ ਉਹਨੂੰ ਇਹ ਗੱਲ ਕਰਨ ਦਾ ਹੱਕ ਦਿੱਤਾ ਜਾਵੇ ਕਿ ਉਹਦੇ ਕੋਲੋਂ ਚੀਜ਼ ਸਸਤੀ ਕਿਉਂ ਖਰੀਦੀ ਜਾ ਰਹੀ ਹੈ ਔਰ ਅੱਗੇ ਮਹਿੰਗੀ ਕਿਉਂ ਵੇਚੀ ਜਾ ਰਹੀ ਹੈ। ਸਿਰਫ ਇੰਨੀ ਕੁ ਗੱਲ ਹੈ ਕਿਸਾਨ ਦੀ, ਪੰਜਾਬ ਦੀ ਇੰਨੀ ਕੁ ਗੱਲ ਹੈ ਕਿ ਸਾਡੇ ਕਿਸਾਨ ਨੂੰ ਇੰਨਾ ਕੁ ਹੱਕ ਦਿੱਤਾ ਜਾਵੇ। ਅਗਰ ਸਾਡੇ ਕਿਸਾਨ ਨੂੰ ਇਹ ਹੱਕ ਮਿਲ ਗਿਆ ਤੇ ਪੰਜਾਬ ਜ਼ਿੰਦਾਬਾਦ ਰਹੇਗਾ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਉਂ ਇਹ ਧੱਕਾ ਸਿਰਫ ਕਿਸਾਨ ਦੇ ਨਾਲ ਕਿਉਂ ਹੋ ਰਿਹਾ, ਜਿੱਥੇ ਮਿਹਨਤ ਸਭ ਤੋਂ ਜ਼ਿਆਦਾ ਹੈ। ਹਰ ਇੱਕ ਖਿੱਤੇ ਨਾਲੋਂ ਮਿਹਨਤ ਜ਼ਿਆਦਾ ਜ਼ਿਮੀਂਦਾਰ ਕਰਦਾ, ਇੱਕ ਕਿਸਾਨ ਕਰਦਾ। ਲੇਕਿਨ ਉਹੀ ਕਿਸਾਨ ਜਿਹਨੂੰ ਆਪਣੀ ਮਿਹਨਤ ਦਾ ਹੱਕ ਮੰਗਣ ਦਾ ਹੀ ਹੱਕ ਨਹੀਂ, ਆਪਣੀ ਮਿਹਨਤ ਦਾ ਫਲ ਮੰਗਣ ਦਾ ਹੀ ਹੱਕ ਨਹੀਂ, ਉਹੀ ਕਿਸਾਨ ਉਦੋਂ ਟੁੱਟ ਜਾਂਦਾ ਜਦੋਂ ਉਸਦੀ ਮਿਹਨਤ ਦਾ ਫਲ ਉਹ ਸੋਚਦਾ ਕਿ ਕਿਸੇ ਹੋਰ ਦੇ ਜੇਬ ਦੇ ਵਿੱਚ ਜਾ ਰਿਹਾ। ਤੁਸੀਂ ਕਿਸੇ ਦੁਕਾਨ ਤੇ ਚਲੇ ਜਾਓ, ਕਿਸੇ ਰੇਹੜੀ ਵਾਲੇ ਦੇ ਕੋਲ ਚਲੇ ਜਾਓ, ਕਿਸੇ ਸਬਜ਼ੀ ਵਾਲੇ ਦੇ ਕੋਲ ਚਲੇ ਜਾਓ, ਰੋਜ਼ਾਨਾ ਦੀ ਰੇਟ ਲਿਸਟ ਆਈ ਹੁੰਦੀ ਹੈ ਹਰ ਇੱਕ ਦਿਨ ਦੀ ਨਵੀਂ, ਕਿ ਐਨੇ ਰੁਪਇਆਂ ਤੋਂ ਵੱਧ ਕੋਈ ਵੀ ਬੰਦਾ ਉਹ ਚੀਜ਼ ਸੇਲ ਨਹੀਂ ਕਰ ਸਕਦਾ। ਕੋਈ ਗੋਸ਼ਤ ਵਾਲਾ, ਕੋਈ ਸਬਜ਼ੀ ਵਾਲਾ, ਕੋਈ ਫੱਟੇ ਵਾਲਾ, ਜੋ ਵੀ ਹੈ।
ਕੀ ਗੱਲ ਇਹ ਰੇਟ ਲਿਸਟ ਸਾਡੀਆਂ ਸਰਕਾਰਾਂ ਆੜਤਾਂ ਤੇ ਨਹੀਂ ਲਵਾ ਸਕਦੀਆਂ ਕਿ ਐਨੇ ਰੇਟ ਤੱਕ ਤੁਸੀਂ ਆ ਫਸਲ ਵੇਚ ਸਕਦੇ ਜੇ, ਖਰੀਦ ਸਕਦੇ ਜੇ? ਇੰਜ ਨਹੀਂ ਹੋ ਸਕਦਾ। ਹੋ ਸਕਦਾ ਹੈ, ਬਿਲਕੁਲ ਹੋ ਸਕਦਾ ਹੈ, ਪਰ ਕਿਉਂ ਨਹੀਂ ਕਰਨਾ? ਕਰ ਕਿਉਂ ਨਹੀਂ ਰਿਹਾ? ਕਿਉਂਕਿ ਜੇ ਅਗਰ ਇਹ ਕਰਦੇ ਨੇ ਤੇ ਕਿਸਾਨ ਨੂੰ ਉਸ ਦਾ ਹੱਕ ਮਿਲਣਾ ਸ਼ੁਰੂ ਹੋ ਜਾਏਗਾ, ਔਰ ਇਹ ਜਿਹੜਾ ਕਿਸਾਨ ਦਾ ਹੱਕ ਕਿਸੇ ਹੋਰ ਦੀਆਂ ਜੇਬਾਂ ਦੇ ਵਿੱਚ ਜਾ ਰਿਹਾ ਉਹ ਜਾਣਾ ਵੀ ਬੰਦ ਹੋ ਜਾਏਗਾ। ਤਾਂ ਨਹੀਂ ਕਰ ਰਹੇ। ਪਰ ਇੱਕ ਗੱਲ ਯਾਦ ਰੱਖ ਲੈਣਾ, ਜਿੱਥੇ ਕਿਸਾਨ ਮਰ ਜਾਂਦਾ ਉੱਥੇ ਪੰਜਾਬ ਮਰ ਜਾਂਦਾ। ਔਰ ਜੇ ਪਾਕਿਸਤਾਨ ਦੇ ਵਿੱਚ ਪੰਜਾਬ ਨਾ ਰਿਹਾ ਤੇ ਇੱਥੇ ਕੁਛ ਨਹੀਂ ਰਹਿਣਾ। ਸਰਕਾਰਾਂ ਦੀ ਗੱਲ ਸੁਣ ਲਓ ਕਿ ਪਿਛਲੇ ਸਾਲ ਸਾਨੂੰ ਇਹਨਾਂ ਨੇ ਤਰਲੇ ਕਰ ਕਰਕੇ ਕਣਕਾਂ ਕਢਾਈਆਂ। ਕਣਕਾਂ ਦੀ ਬਿਜਾਈ ਇਹਨਾਂ ਨੇ ਕਰਵਾ ਦਿੱਤੀ ਕਿ ਅਸੀਂ ਤੁਹਾਡੇ ਕੋਲੋਂ ਕਣਕ ਖਰੀਦਾਂਗੇ 4000 ਨੂੰ। 3800 ਰੁਪਇਆ ਰੇਟ ਵੱਜ ਗਿਆ। ਇਹ ਖਾਦ 15000 ਨੂੰ DAP ਲੈ ਕੇ ਪਾਈਏ, 5500 ਨੂੰ ਯੂਰੀਆ ਲੈ ਕੇ ਪਾਈ। ਕਣਕ ਬੀਜੀ, ਕਣਕ ਪਾਲੀ, ਕਣਕ ਸੰਭਾਲੀ। ਜਦੋਂ ਕਣਕ ਵੇਚਣ ਦੀ ਵਾਰੀ ਆਈ ਉਹ ਹੀ ਰੇਟ ਸਰਕਾਰਾਂ ਨੇ 1800 ਕਰ ਦਿੱਤਾ। ਕਹਿੰਦੇ ਜੀ ਵੇਚ ਲਓ ਜਿੱਥੇ ਤੁਹਾਡਾ ਦਿਲ ਕਰਦਾ, ਜਿੱਥੇ ਵਿਕਦੀ ਹੈ ਵੇਚ ਲਓ। ਉਹ ਹੀ ਕਿਸਾਨ ਆਪਣੇ ਘਰ ਫਸਲ ਬੰਨ ਕੇ ਨਹੀਂ ਰੱਖ ਸਕਦਾ ਕਿਉਂਕਿ ਉਹਨੇ ਅਗਲੀ ਫਸਲ ਤੇ ਖਰਚਾ ਕਰਨਾ ਹੁੰਦਾ। ਠੀਕ ਹੈ, ਉਹ ਕਣਕ 1800 ਨੂੰ ਕਿਸਾਨਾਂ ਨੇ ਵੇਚੀ, ਮੰਡੀਆਂ ਦੇ ਵਿੱਚ ਸੱਟੀ। ਉਹੀ ਕਣਕ 2 ਮਹੀਨਿਆਂ ਬਾਅਦ 3800 ਨੂੰ ਵਿਕ ਰਹੀ ਹੈ। ਅੱਜ ਵੀ ਕਣਕ ਦਾ ਰੇਟ 3800 ਤੋਂ 4000 ਤੱਕ ਹੈ। ਸਾਡੇ ਕੋਲੋਂ 1800 ਨੂੰ ਲੈ ਕੇ ਸਟਾਕੀਏ ਨੇ ਸਟਾਕ ਕੀਤੀ, ਆੜਤੀਆਂ ਨੇ ਸਟਾਕ ਕੀਤੀ। ਹੁਣ ਜਦੋਂ 2 ਮਹੀਨਿਆਂ ਬਾਅਦ ਉਹੀ ਕਣਕ ਉਹੀ ਬੰਦੇ ਵੇਚ ਰਹੇ ਨੇ 4000 ਨੂੰ, 3800 ਨੂੰ। ਕੀ ਗੱਲ ਕਿਸਾਨ ਦੀ ਕਿਉਂ ਨਹੀਂ ਖਰੀਦੀ ਗਈ? ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਉਹੀ ਕਣਕ ਹੈ, ਉਹੀ ਵਕਤ ਹੈ, ਸਿਰਫ 2 ਮਹੀਨਿਆਂ ਬਾਅਦ ਸਟਾਕੀਆ ਵੇਚ ਰਿਹਾ 4000 ਨੂੰ, ਕਿਸਾਨ ਕੋਲੋਂ ਖਰੀਦੀ ਉਹਨੇ 1800 ਨੂੰ। ਇਹ ਗੱਲ ਇਹਨਾਂ ਕੋਲੋਂ ਕੋਈ ਨਹੀਂ ਪੁੱਛਣ ਵਾਲਾ। ਕਿਸਾਨ ਦੇ ਤੇ ਉਦੋਂ ਇਹਨਾਂ ਨੇ ਕੋਠਿਆਂ 'ਚ ਵੀ ਕਢਾ ਲਈ ਸੀ, ਪਰਚੇ ਹੋ ਗਏ ਸਨ, ਤੇ ਸਟਾਕੀਆਂ ਨੇ ਵੀ ਤੇ ਸਟਾਕ ਕਰਕੇ ਰੱਖੀ ਹੈ। ਅੱਜ ਵੀ ਕਣਕ ਮੰਡੀਆਂ ਦੇ ਵਿੱਚ ਵੇਚ ਰਹੀ ਹੈ। ਇਹ ਕਿੱਥੋਂ ਲੈ ਕੇ ਆ ਰਹੇ ਨੇ? ਕੋਈ ਨਹੀਂ ਇਹਨਾਂ ਨੂੰ ਪੁੱਛ ਸਕਦਾ। ਇੰਨੀ ਕੁ ਸਾਡੀ ਗੁਜ਼ਾਰਿਸ਼ ਹੈ, ਇੰਨੀ ਕੁ ਸਾਡੀ ਮੰਨ ਲਈ ਜਾਵੇ। ਸਾਡਾ ਪੰਜਾਬ, ਸਾਡਾ ਕਿਸਾਨ, ਸਾਡੀ ਪੰਜਾਬੀ ਰੁੜ ਚੱਲੀ ਹੈ। ਇਸ ਨੂੰ ਬਚਾ ਲਓ ਜੇ ਕੋਈ ਬਚਾ ਸਕਦਾ। ਤੇ ਕੋਈ ਇੱਕ ਬੰਦਾ ਤੇ ਸਾਨੂੰ ਯਾਰ ਸਾਡੇ ਹੱਕ ਦਵਾ ਹੀ ਸਕਦਾ ਨਾ। ਹੁਣ ਇਸ ਵਾਰੀ ਪੰਜਾਬ ਦੇ ਵਿੱਚ ਕਣਕ, ਪਾਕਿਸਤਾਨ ਪੰਜਾਬ ਦੇ ਵਿੱਚ ਕਣਕ ਨਾ ਹੋਣ ਦੇ ਬਰਾਬਰ ਹੈ। ਸਿਰਫ ਉੱਥੇ ਕਣਕ ਬੀਜੀ ਗਈ ਹੈ ਕਿ ਜਿੱਥੇ ਕੋਈ ਦੂਸਰੀਆਂ ਫਸਲਾਂ ਨਹੀਂ ਹੁੰਦੀਆਂ। ਇਹ ਤੁਸੀਂ ਵੇਖ ਲਓ, ਇਹ ਕਣਕ ਜੇ, ਇਹ ਕਣਕ ਜੇ ਦੇਖ ਲਓ, ਇਹ ਕਣਕ ਕੀ ਕਰੇਗੀ। ਇਸ ਵਜ੍ਹਾ ਤੋਂ ਇਹ ਕਣਕ ਮਾੜੀ ਹੈ ਕਿ ਇਹ ਜਿਹੜੇ ਬੰਦੇ ਨੇ ਇੱਥੋਂ DAP ਨਹੀਂ ਇਹਨੂੰ ਪਾ ਸਕੇ ਥੱਲੇ। ਹੁਣ ਥੱਲੇ DAP ਨਾ ਪਾਈਏ ਤੇ ਸ਼ੈ ਹੁੰਦੀ ਨਹੀਂ। DAP ਕਿਉਂ ਨਹੀਂ ਪਾ ਸਕੇ? ਸਾਡਾ ਨਰਮਾ ਵਿਕਿਆ ਜੀ 7700 ਨੂੰ, 7800 ਨੂੰ, ਤੇ 15000 ਦਾ ਥੈਲਾ DAP ਦਾ, ਤੇ ਸਾਰੇ ਦਾ ਸਾਰਾ ਉਹਦੇ ਵਿੱਚ ਨਿਕਲਦਾ ਪੱਥਰ। ਦੱਸੋ ਇਹ ਕਿਸਾਨ ਕੀ ਕਰੇ? ਕਿਹਨੂੰ ਆਪਣੇ ਜਾ ਕੇ ਦੁੱਖ ਸੁਣਾਵੇ? ਹੁਣ ਪੰਜਾਬ ਦੇ ਵਿੱਚ ਕਣਕ ਤਕਰੀਬਨ ਨਾ ਹੋਣ ਦੇ ਬਰਾਬਰ ਹੈ। ਤੇ ਇਹੋ ਕਣਕ ਅਗਰ ਸਾਨੂੰ ਬਾਹਰੋਂ ਲੈ ਕੇ ਖਾਣੀ ਪੈਂਦੀ ਹੈ, ਸਾਨੂੰ ਇਹ 10000 ਨੂੰ ਮਣ ਪੈਣੀ ਹੈ। ਸਾਡੀ ਆਪਣੇ ਪੰਜਾਬ ਦੇ ਵਿੱਚ ਇੰਨੀ ਕਣਕ ਹੁੰਦੀ ਹੈ ਕਿ ਅਸੀਂ ਆਪਣੀ ਕਣਕ ਬਾਹਰ ਵੇਚਦੇ, ਔਰ ਬਾਹਰਲੇ ਸਾਡੇ ਕੋਲੋਂ ਮਹਿੰਗੀ ਖਰੀਦਣ ਵਾਸਤੇ ਤਿਆਰ ਨੇ। ਲੇਕਿਨ ਸਾਡੀਆਂ ਸਰਕਾਰਾਂ ਨੇ ਕਿਹਾ ਕਿ ਤੁਸੀਂ ਆਪਣੀ ਜਿੱਥੇ ਮਰਜ਼ੀ, ਤੁਸੀਂ ਜ਼ਿਲ੍ਹੇ 'ਚੋਂ ਬਾਹਰ ਨਹੀਂ ਕੱਢ ਸਕਦੇ। ਜਿੱਥੇ ਜ਼ਿਲ੍ਹੇ ਦੇ ਵਿੱਚ ਜਿੱਥੇ ਮਰਜ਼ੀ ਵੇਚੋ। ਜ਼ਿਲ੍ਹੇ ਵਾਲੇ ਕਹਿੰਦੇ ਨੇ ਜੀ 1800 ਨੂੰ ਦੇ ਦਿਓ। ਹੁਣ ਉਹੀ ਕਣਕ 4000 ਨੂੰ ਵੇਚ ਰਹੀ ਹੈ। ਕੀ ਕਸੂਰ ਹੈ ਕਿਸਾਨ ਦਾ? ਕੀ ਕਸੂਰ ਹੈ ਪੰਜਾਬ ਦਾ? ਸਰਕਾਰਾਂ ਦੇ ਵਿੱਚ ਕੋਈ ਇਹਨਾਂ ਨੂੰ ਇਸ ਬਾਰੇ ਕੋਈ ਨਹੀਂ ਗੱਲ ਕਰੇਗਾ। ਇਵੇਂ ਤਰ੍ਹਾਂ ਕਿਸਾਨ ਰੁਲਦਾ ਰਹੇਗਾ, ਕਿਸਾਨ ਫਾਹ ਲੈਂਦਾ ਰਹੇਗਾ। ਮੇਰੀ ਗੁਜ਼ਾਰਿਸ਼ ਹੈ ਕਿ ਮੇਰੀ ਇਹ ਵੀਡੀਓ ਇੱਕ ਬੰਦੇ ਤੱਕ ਵੀ ਪਹੁੰਚ ਜਾਵੇ ਨਾ, ਤੇ ਪਲੀਜ਼ ਉਹ ਇਸ ਪੂਰੀ ਗੱਲ ਸੁਣ ਕੇ ਇਸ ਗੱਲ ਤੇ ਆਵਾਜ਼ ਜ਼ਰੂਰ ਚੁੱਕੇ। ਤੁਸੀਂ ਹਿਸਾਬ ਲਾ ਲਓ ਕਿ ਅੱਜ ਦੇ ਦੌਰ ਦੇ ਵਿੱਚ ਇੱਕ ਬੰਦਾ ਕੰਟੈਂਟ ਕ੍ਰੀਏਟਰ ਹੈ, ਉਹਨੂੰ ਇੱਕ ਵਧੀਆ ਔਰ ਸਟਰੋਂਗ ਕੰਟੈਂਟ ਬਣਾਉਣ ਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਉਹਨੂੰ ਲੋਕੇਸ਼ਨਾਂ ਲੱਭਣੀਆਂ ਪੈਂਦੀਆਂ, ਉਹਨੂੰ ਸਕ੍ਰਿਪਟ ਲੱਭਣਾ ਪੈਂਦਾ, ਫਿਰ ਉਸ ਨੂੰ ਬਣਾਉਣਾ ਪੈਂਦਾ, ਬਣਾ ਕੇ ਉਹਨੂੰ ਐਡੀਟਿੰਗ ਚਾਹੀਦੀ ਹੈ। ਮਤਲਬ ਕਿੰਨੇ ਸਾਰੇ ਮਰਾਹਲ ਦੇ ਵਿੱਚੋਂ ਗੁਜ਼ਰ ਕੇ ਇੱਕ ਕੰਟੈਂਟ ਕ੍ਰੀਏਟਰ ਕੁਝ ਅੱਛਾ ਕ੍ਰੀਏਟ ਕਰ ਪਾਉਂਦਾ। ਤੇ ਅੱਜ ਦਾ ਕਿਸਾਨ ਇਹ ਸੋਚ ਰਿਹਾ ਕਿ ਉਹ ਮਿਹਨਤ ਕੀਤੇ ਤੋਂ ਬਗੈਰ ਉਹ ਕਾਮਯਾਬ ਹੋ ਜਾਏਗਾ। ਸਵਾਲ ਹੀ ਪੈਦਾ ਨਹੀਂ ਹੁੰਦਾ।
ਇਹ ਜਿਹੜਾ ਕਿਸਾਨੀ ਹੈ, ਜਿਹਨੂੰ ਅਸੀਂ ਜ਼ਿਮੀਂਦਾਰਾ ਆਖਦੇ ਹਾਂ ਸਾਡੇ ਅਲਫਾਜ਼ ਦੇ ਵਿੱਚ, ਇੱਕ ਮਿਹਨਤ ਦਾ ਨਾਂ ਹੈ। ਇੰਨੀ ਕੁ ਮਿਹਨਤ ਇੱਥੇ ਹੁੰਦੀ ਹੈ। ਇੱਥੇ ਇਕੱਲੇ ਬੀਜ ਦੇਣ ਨਾਲ ਫਸਲ ਤਿਆਰ ਨਹੀਂ ਹੁੰਦੀ। ਇੱਥੇ ਆਪਣੀਆਂ ਖੁਆਇਸ਼ਾਂ ਬੀਜਣੀਆਂ ਪੈਂਦੀਆਂ, ਆਪਣੇ ਬੱਚਿਆਂ ਦਾ ਮੁਸਤਕਬਲ ਵੀ ਬੀਜਣਾ ਪੈਂਦਾ, ਔਰ ਕਿਤੇ ਕਿਤੇ ਆਪਣੀਆਂ ਉਮਰਾਂ ਵੀ ਬੀਜਣੀਆਂ ਪੈਂਦੀਆਂ ਨੇ, ਤਾਂ ਜਾ ਕੇ ਇੱਕ ਫਸਲ ਪ੍ਰਵਾਨ ਚੜ੍ਹਦੀ ਹੈ, ਤਾਂ ਜਾ ਕੇ ਕੋਈ ਬੰਦਾ ਕਿਸਾਨ ਕਹਿਲਵਾਣ ਦਾ ਹੱਕ ਰੱਖਦਾ ਹੈ। ਜਦੋਂ ਬੀਜ ਦੇ ਨਾਲ ਆਪਣੀਆਂ ਖੁਆਇਸ਼ਾਂ, ਆਪਣੀਆਂ ਜ਼ਿੰਮੇਦਾਰੀਆਂ ਔਰ ਆਪਣੇ ਬੱਚਿਆਂ ਦਾ ਮੁਸਤਕਬਲ ਬੀਜਦਾ, ਫਿਰ ਸੌਣ ਹੋਵੇ, ਝੜੀ ਹੋਵੇ, ਮੀਂਹ ਹੋਵੇ, ਹਨੇਰੀ ਹੋਵੇ, ਉਸ ਦੇ ਉੱਤੇ ਪਹਿਰਾ ਦਿੰਦਾ, ਤਾਂ ਜਾ ਕੇ ਉਹ ਕਿਸਾਨ ਬਣਦਾ। ਤੇ ਉਹ ਕਿਸਾਨ ਉਦੋਂ ਟੁੱਟ ਜਾਂਦਾ ਜਦੋਂ ਇੰਨੀਆਂ ਸਾਰੀਆਂ ਮੁਸ਼ਕਲਾਤਾਂ ਦੇ ਵਿੱਚੋਂ ਗੁਜ਼ਰ ਕੇ ਜਦੋਂ ਉਸ ਦੀ ਮਿਹਨਤ ਦਾ ਫਲ ਦਾ ਵਕਤ ਆਉਂਦਾ ਤੇ ਉਹਨੂੰ ਲੱਗਦਾ ਕਿ ਮੇਰਾ ਜਿਹੜੀ ਮਿਹਨਤ ਦਾ ਫਲ ਹੈ ਉਹ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਜਾ ਰਿਹਾ, ਮੈਨੂੰ ਤੇ ਇੰਨਾ ਵੀ ਹੱਕ ਨਹੀਂ ਕਿ ਇੰਨੀ ਮੇਰੀ ਮਿਹਨਤ ਹੈ ਔਰ ਇਸ ਦਾ ਹੱਕ ਹੈ, ਇੰਨਾ ਇਸ ਦਾ ਮੁੱਲ ਬਣਦਾ, ਮੈਨੂੰ ਤੇ ਇੱਕ ਗੱਲ ਕਹਿਣ ਦਾ ਵੀ ਹੱਕ ਨਹੀਂ ਦਿੱਤਾ ਗਿਆ। ਇਹ ਸਾਰੀ ਮਿਹਨਤ ਮੇਰੀ ਹੈ, ਲੇਕਿਨ ਇਸ ਦਾ ਫਲ ਕਿਸੇ ਹੋਰ ਦੀ ਜੇਬ 'ਚ ਜਾ ਰਿਹਾ ਹੈ। ਉਹ ਕਿਸਾਨ ਲੜ ਰਿਹਾ ਹੈ ਆਪਣੀ ਇੱਜ਼ਤ ਦੇ ਲਈ, ਆਪਣੇ ਪੰਜਾਬ ਦੇ ਲਈ, ਸਾਡੇ ਵਿਰਸੇ ਦੇ ਲਈ। ਉਹ ਵਿਰਸਾ ਜਿਹੜਾ ਸਾਡੀ ਇੱਜ਼ਤ ਨੂੰ ਜ਼ਿੰਦਾ ਰੱਖਦਾ ਹੈ, ਸਾਡੀ ਇੱਜ਼ਤ ਨੂੰ ਜਿਹਨੇ ਆਬਾਦ ਰੱਖਿਆ ਹੋਇਆ ਹੈ। ਜੇ ਅਸੀਂ ਪੰਜਾਬੀ ਨਹੀਂ ਤੇ ਅਸੀਂ ਕੁਝ ਵੀ ਨਹੀਂ। ਇਹ ਕਿਸਾਨ ਦੀ ਮਿਹਨਤ ਤੇ ਇੰਨੀ ਮਿੱਠੀ ਹੈ, ਪਰ ਉਸ ਵਿਚਾਰੇ ਨੂੰ ਉਸ ਦਾ ਫਲ ਇੰਨਾ ਕੌੜਾ ਕਿਉਂ ਲੱਭ ਰਿਹਾ? ਅੱਜ ਦੁਨੀਆ ਬਦਲ ਗਈ ਹੈ। ਹਰ ਇੱਕ ਬੰਦਾ ਆਪਣੇ ਹੱਕ ਦੇ ਲਈ ਆਵਾਜ਼ ਚੁੱਕ ਸਕਦਾ ਹੈ। ਹਰ ਇੱਕ ਬੰਦੇ ਦਾ ਹੱਕ ਕੇ ਅਧਿਕਾਰ ਹੈ ਉਹਦੇ ਕੋਲ। ਇੱਕ ਕਿਸਾਨ ਦੇ ਕੋਲ ਉਸ ਦਾ ਹੱਕ ਕਿਉਂ ਨਹੀਂ? ਜ਼ਰਾ ਸੋਚੋ, ਜੇ ਇੱਕ ਦਿਨ ਇਹ ਖੇਤ ਵਾਹੁਣ ਵਾਲਾ ਕਿਸਾਨ, ਇਹ ਕਿਸਾਨ ਸਾਰੇ ਇਕੱਠੇ ਹੋ ਜਾਣ ਔਰ ਇਹ ਹਲ ਜ਼ਮੀਨ ਤੇ ਰੱਖ ਕੇ ਆਪਣੀ ਪੂਰੀ ਤਾਕਤ, ਆਪਣੀ ਪੂਰੀ ਕੁਵਤ ਦੇ ਨਾਲ ਇਹ ਨਾਅਰਾ ਲਾਉਣ ਕਿ ਅੱਜ ਅਸੀਂ ਜ਼ਮੀਨ ਨਹੀਂ ਵਾਹਣੀ, ਅੱਜ ਅਸੀਂ ਬਿਜਾਈ ਨਹੀਂ ਕਰਨੀ, ਅੱਜ ਅਸੀਂ ਆਪਣੇ ਹੱਕ ਮੰਗਣੇ ਨੇ, ਆਪਣੇ ਬੱਚਿਆਂ ਦੇ ਲਈ, ਆਪਣੇ ਬੱਚਿਆਂ ਦੇ ਮੁਸਤਕਬਲ ਦੇ ਲਈ ਔਰ ਆਪਣੀ ਇੱਜ਼ਤ ਦੇ ਲਈ ਅਸੀਂ ਆਪਣੇ ਹੱਕ ਮੰਗਣੇ ਨੇ। ਅਸੀਂ ਉਸ ਪੰਜਾਬ ਕੋਲੋਂ ਹੱਕ ਮੰਗਣੇ ਨੇ ਜਿਹੜੇ ਪੰਜਾਬ ਨੂੰ ਇੱਕ ਇੱਕ ਦਾਣਾ, ਇੱਕ ਇੱਕ ਖੁਰਾਕ ਦਾ ਕਤਰਾ ਇਹਨਾਂ ਖੇਤਾਂ ਦੇ ਵਿੱਚੋਂ ਜਾਂਦਾ ਹੈ। ਔਰ ਉਹ ਕਿਸਾਨ ਜਿਹੜਾ ਇਸ ਪੂਰੇ ਪੰਜਾਬ ਨੂੰ, ਬਲਕਿ ਪੰਜਾਬ ਤੋਂ ਬਾਹਰ ਦੇ ਦੇਸ਼ਾਂ ਨੂੰ ਵੀ ਰਜਾ ਰਿਹਾ ਹੈ, ਉਸ ਵਿਚਾਰੇ ਕਿਸਾਨ ਦੀ ਆਵਾਜ਼ ਅਕਸਰ ਹੀ ਇਹਨਾਂ ਖੇਤਾਂ ਦੇ ਵਿੱਚ ਦਬਾ ਦਿੱਤੀ ਜਾਂਦੀ ਹੈ। ਉਹ ਆਵਾਜ਼ ਜਿਹੜੀ ਸਾਡੀ ਪਹਿਚਾਣ ਦੀ ਹਿਫਾਜ਼ਤ ਕਰਦੀ ਹੈ, ਜਿਹੜੇ ਸਾਨੂੰ ਪੰਜਾਬੀਆਂ ਨੂੰ ਪੰਜਾਬੀ ਆਖਣ ਤੇ ਫਖਰ ਮਹਿਸੂਸ ਕਰਵਾਉਂਦੀ ਹੈ, ਉਹ ਆਵਾਜ਼ ਇਹਨਾਂ ਖੇਤਾਂ ਦੇ ਵਿੱਚ ਦਬਾ ਦਿੱਤੀ ਜਾਂਦੀ ਹੈ। ਕਿਉਂ ਕਿਸਾਨ ਨਾਲ ਜ਼ੁਲਮ ਹੋ ਰਿਹਾ? ਕਿਉਂ ਕਿਸਾਨ ਧੱਕੇ ਖਾ ਰਿਹਾ? ਅੱਜ ਦੀ ਇਹ ਕਹਾਣੀ ਕਿਸੇ ਕਿਤਾਬ ਦੇ ਸਫ਼ਿਆਂ ਤੋਂ ਨਹੀਂ ਲਏਗੀ। ਇਹ ਸੱਚਾਈ ਦੀ ਕਹਾਣੀ ਹੈ, ਇਹ ਸੱਚਾਈ ਦੀ ਗੱਲ ਹੈ। ਸਾਡੇ ਪੰਜਾਬ ਨੇ ਬੜੇ ਸਪੂਤ ਪੈਦਾ ਕੀਤੇ ਨੇ। ਉਹਨਾਂ ਨੇ ਬੜੀਆਂ ਸੋਹਣੀਆਂ ਗੱਲਾਂ ਲਿਖੀਆਂ, ਹਰਫ ਲਿਖੇ। ਉਹਨਾਂ ਹੀ ਗੱਲਾਂ ਦੇ ਵਿੱਚੋਂ ਇੱਕ ਕਿਸੇ ਲਿਖਣ ਵਾਲੇ ਨੇ ਲਿਖਿਆ ਕਿ ਜਿੰਨਾ ਬੀਜ ਓਨਾ ਹੀ ਫਲ। ਮੇਰਾ ਦਾਦਾ ਅਕਸਰ ਇਹ ਗੱਲ ਕਰਦਾ ਹੁੰਦਾ ਸੀ ਕਿ ਕਿਸਾਨ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਸਿਰਫ ਇਕੱਲਾ ਬੀਜ ਨਹੀਂ ਬੀਜਦਾ, ਉਹ ਆਪਣੀ ਮਿਹਨਤ, ਆਪਣਾ ਸੁੱਖ, ਆਪਣੀ ਲਗਨ ਔਰ ਆਪਣੇ ਬੱਚਿਆਂ ਦਾ ਮੁਸਤਕਬਲ ਵੀ ਬੀਜਦਾ ਹੈ। ਫਿਰ ਮੀਂਹ, ਹਨੇਰੀ, ਧੁੱਪ, ਝਾੜ, ਸਾਰੇ ਮੌਸਮਾਂ ਨੂੰ ਆਪਣੇ ਪਿੰਡੇ ਦੇ ਉੱਤੇ ਸਹਿ ਕੇ ਉਸ ਬੀਜ ਦੀ ਹਿਫਾਜ਼ਤ ਕਰਦਾ ਹੈ। ਜਦੋਂ ਉਹ ਬੀਜ ਪੱਕ ਜਾਂਦਾ ਹੈ, ਪੱਕ ਕੇ ਤਿਆਰ ਹੋ ਜਾਂਦਾ ਹੈ, ਤਿਆਰ ਹੋ ਕੇ ਕੱਟ ਵੱਢ ਕੇ ਜਦੋਂ ਕਿਸਾਨ ਆਪਣੀ ਮਿਹਨਤ ਲੈ ਕੇ ਮੰਡੀ ਦੇ ਵਿੱਚ ਜਾਂਦਾ ਹੈ, ਉੱਥੇ ਇਹ ਗੱਲ ਸੋਚਣ ਤੇ ਮਜਬੂਰ ਕਰ ਦਿੱਤਾ ਜਾਂਦਾ ਕਿਸਾਨ ਨੂੰ ਕਿ ਇਹ ਮੇਰੀ ਮਿਹਨਤ ਦਾ ਫਲ ਕਿਸੇ ਹੋਰ ਦੀ ਜੇਬ 'ਚ ਕਿਉਂ ਜਾ ਰਿਹਾ ਹੈ? ਮਿਹਨਤ ਤੇ ਮੇਰੀ ਹੈ, ਪਰ ਫਲ ਇਹਦਾ ਕੋਈ ਹੋਰ ਕਿਉਂ ਲੈ ਰਿਹਾ? ਇੱਕ ਹੋਰ ਬੜੀ ਮਸ਼ਹੂਰ ਕਹਾਵਤ ਸਾਡੇ ਪੰਜਾਬ ਦੀ ਪਹਿਚਾਣ ਹੈ ਕਿ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ। ਪਰ ਅੱਜ ਜਿੱਥੇ ਦੁਨੀਆ ਬਦਲ ਗਈ ਹੈ, ਜਿੱਥੇ ਸਭ ਕੁਝ ਬਦਲ ਗਿਆ ਹੈ, ਉੱਥੇ ਅੱਜ ਵੀ ਕਿਸਾਨ ਦੀ ਮਿਹਨਤ ਤੇ ਬੜੀ ਮਿੱਠੀ ਹੁੰਦੀ ਹੈ, ਪਰ ਉਸ ਦਾ ਫਲ ਉਸ ਨੂੰ ਇੰਨਾ ਕੌੜਾ ਕਿਉਂ ਦਿੱਤਾ ਜਾਂਦਾ ਹੈ? ਉਹ ਕਿਸਾਨ ਜਿਹੜਾ ਸਾਰੀ ਦੁਪਹਿਰ ਸਾੜ ਬਾਲ ਕੇ ਆਪਣੀ ਫਸਲ ਦੀ ਹਿਫਾਜ਼ਤ ਕਰਦਾ, ਜਦੋਂ ਜਾ ਕੇ ਮੰਡੀ ਦੇ ਵਿੱਚ ਰੇਟ ਚੈੱਕ ਕਰਦਾ,
ਤੇ ਉਸ ਨੂੰ ਆਪਣੀ ਮਿਹਨਤ ਦਾ ਫਲ ਕਿਸੇ ਹੋਰ ਦੀ ਜੇਬ ਦੇ ਵਿੱਚ ਦਿਸਦਾ। ਕਿਉਂ? ਕੀ ਵਜ੍ਹਾ ਹੈ? ਇਹ ਕਿਸਾਨ ਦੀ ਮਿਹਨਤ ਤੇ ਇੰਨੀ ਮਿੱਠੀ ਹੈ, ਪਰ ਉਸ ਵਿਚਾਰੇ ਨੂੰ ਉਸ ਦਾ ਫਲ ਇੰਨਾ ਕੌੜਾ ਕਿਉਂ ਲੱਭ ਰਿਹਾ? ਅੱਜ ਦੁਨੀਆ ਬਦਲ ਗਈ ਹੈ। ਹਰ ਇੱਕ ਬੰਦਾ ਆਪਣੇ ਹੱਕ ਦੇ ਲਈ ਆਵਾਜ਼ ਚੁੱਕ ਸਕਦਾ ਹੈ। ਹਰ ਇੱਕ ਬੰਦੇ ਦਾ ਹੱਕ ਕੇ ਅਧਿਕਾਰ ਹੈ ਉਹਦੇ ਕੋਲ। ਇੱਕ ਕਿਸਾਨ ਦੇ ਕੋਲ ਉਸ ਦਾ ਹੱਕ ਕਿਉਂ ਨਹੀਂ? ਜੇ ਕਿਸਾਨ ਹੈ, ਜੇ ਪੰਜਾਬ ਹੈ, ਜੇ ਪੰਜਾਬੀ ਹੈ, ਤੇ ਫਿਰ ਉਸ ਦੇ ਨਾਲ ਨਹੀਂ ਕਿਉਂ ਨਹੀਂ ਕੋਈ ਖਲੋਂਦਾ? ਕਿਸਾਨ ਦੀ ਕੋਈ ਗੱਲ ਕਿਉਂ ਨਹੀਂ ਕਰਦਾ? ਕੀ ਵਜ੍ਹਾ ਹੈ? ਕੀ ਮਾਮਲਾ ਹੈ? ਮੈਨੂੰ ਤੇ ਇਹੀ ਲੱਗਦਾ ਕਿ ਕਿਸਾਨ ਵਿਚਾਰੇ ਦੀ ਕੋਈ ਗੱਲ ਕਰਨਾ ਹੀ ਨਹੀਂ ਚਾਹੁੰਦਾ। ਇਹ ਸਾਡੀਆਂ ਪੁਰਾਣੀਆਂ ਕਹਾਵਤਾਂ, ਇਹ ਖਾਲੀ ਗੱਲਾਂ ਨਹੀਂ, ਇਹ ਇੱਕ ਅਹਿਸਾਸ ਹੈ, ਇਹ ਇੱਕ ਪਹਿਚਾਣ ਹੈ। ਇਹਦੇ ਵਿੱਚ ਸਾਡੀ ਪੀੜ੍ਹੀਆਂ ਦੀਆਂ ਮਿਹਨਤਾਂ ਨੇ, ਸਾਡੀ ਪੀੜ੍ਹੀਆਂ ਦੇ ਲਹੂ ਸ਼ਾਮਲ ਨੇ। ਇਹ ਕੋਈ ਖਾਲੀ ਗੱਲਾਂ ਨਹੀਂ, ਇਹ ਅਹਿਸਾਸ ਨੇ। ਜਿਵੇਂ ਕਿ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਹਲ ਚਲਾਇਆ ਜਾਂਦਾ ਜ਼ਮੀਰ ਨਹੀਂ, ਪਰ ਅੱਜ ਕਿਸਾਨ ਨੂੰ ਉਸ ਦਾ ਜ਼ਮੀਰ ਵੇਚਣ ਤੇ ਵੀ ਮਜਬੂਰ ਕੀਤਾ ਜਾ ਰਿਹਾ। ਉਹ ਕਿਸਾਨ ਜਿਹੜਾ ਪੂਰੇ ਪੰਜਾਬ ਨੂੰ ਰਜਾ ਰਿਹਾ, ਕਦੀ ਕਿਸੇ ਨੇ ਨਹੀਂ ਪੁੱਛਿਆ ਕਿ ਹੋ ਸਕਦਾ ਰਾਤ ਨੂੰ ਕਦੀ ਉਹ ਕਿਸਾਨ ਵੀ ਭੁੱਖਾ ਸੌ ਜਾਂਦਾ ਹੋਵੇ। ਉਹ ਕਿਸਾਨ ਲੜ ਰਿਹਾ ਆਪਣੀ ਇੱਜ਼ਤ ਦੇ ਲਈ, ਆਪਣੇ ਪੰਜਾਬ ਦੇ ਲਈ, ਸਾਡੇ ਵਿਰਸੇ ਦੇ ਲਈ। ਉਹ ਵਿਰਸਾ ਜਿਹੜਾ ਸਾਡੀ ਇੱਜ਼ਤ ਨੂੰ ਜ਼ਿੰਦਾ ਰੱਖਦਾ ਹੈ, ਸਾਡੀ ਇੱਜ਼ਤ ਨੂੰ ਜਿਹਨੇ ਆਬਾਦ ਰੱਖਿਆ ਹੋਇਆ। ਜੇ ਅਸੀਂ ਪੰਜਾਬੀ ਨਹੀਂ ਤੇ ਅਸੀਂ ਕੁਝ ਵੀ ਨਹੀਂ। ਉਸ ਕਿਸਾਨ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ, ਨਾ ਕਿ ਉਸ ਨੂੰ ਹੋਰ ਵੀ ਰੋਲ ਦੇਣਾ ਚਾਹੀਦਾ। ਅੱਜ ਜਦੋਂ ਉਹ ਕਿਸਾਨ ਮਾਰਕੀਟ ਦੇ ਵਿੱਚ ਜਾਂਦਾ ਹੈ, ਕੋਈ ਘਟੀਆ ਤੋਂ ਘਟੀਆ ਦੁਕਾਨ ਵਾਲਾ, ਨਿੱਕੇ ਤੋਂ ਨਿੱਕਾ ਦੁਕਾਨ ਵਾਲਾ ਉਸ ਕਿਸਾਨ ਨੂੰ ਟੀਚਰਾਂ ਕਰਦਾ। ਕਿਉਂ ਯਾਰ? ਉਸ ਕਿਸਾਨ ਦੇ ਨਾਲ ਤੇਰੀ ਦੁਕਾਨਦਾਰੀ ਚੱਲ ਰਹੀ ਹੈ। ਪੰਜਾਬ ਦੇ ਵਿੱਚ ਅਗਰ ਤੂੰ ਦੁਕਾਨਦਾਰੀ ਕਰ ਰਿਹਾ ਤਾਂ ਤੂੰ ਕਿਸਾਨ ਦੇ ਨਾਲ ਕਰ ਰਿਹਾ। ਤੂੰ ਇਹ ਕਦੀ ਵੀ ਨਾ ਭੁੱਲੀ ਕਿ ਤੂੰ ਕਿਸਾਨ ਤੋਂ ਬਗੈਰ ਦੁਕਾਨਦਾਰੀ ਪੰਜਾਬ 'ਚ ਚਲਾ ਲਏਗਾ। ਤੇ ਯਾਰ ਉਸ ਕਿਸਾਨ ਨੂੰ ਤੂੰ ਟੀਚਰਾਂ ਕਰ ਰਿਹਾ। ਅੱਜ ਮੈਂ ਕੋਈ ਨਾਅਰਾ ਨਹੀਂ ਲਾਇਆ, ਉਹ ਨਾਅਰਾ ਜਿਹੜਾ ਸ਼ੋਰ ਮਚਾਵੇ, ਜਿਹੜਾ ਆਵਾਜ਼ ਬੁਲੰਦ ਕਰੇ, ਜਿਹੜਾ ਕਿਸੇ ਨੂੰ ਨੀਵਾਂ ਤੇ ਕਿਸੇ ਨੂੰ ਉੱਚਾ ਕਰੇ। ਅੱਜ ਮੈਂ ਸਿਰਫ ਯਾਦ ਕਰਵਾਇਆ ਕਿ ਜਿਹੜੇ ਖੇਤਾਂ ਦੇ ਵਿੱਚ ਸਾਡਾ ਬਚਪਨ ਗੁਜ਼ਰਿਆ, ਜਿਹੜੇ ਖੇਤਾਂ ਨੇ ਸਾਨੂੰ ਇੱਕ ਇੱਕ ਦਾਣਾ ਅਨਾਜ ਦਾ ਦਿੱਤਾ, ਅੱਜ ਵੀ ਉਹਨਾਂ ਖੇਤਾਂ ਦੀ ਰਾਖੀ ਕਰਨ ਵਾਲਾ ਕਿਸਾਨ ਲੜ ਰਿਹਾ। ਜੇ ਅਸੀਂ ਪੰਜਾਬੀ ਹਾਂ, ਜੇ ਅਸੀਂ ਆਪਣੇ ਆਪ ਤੇ ਮਾਣ ਕਰਦੇ ਹਾਂ, ਜੇ ਸਾਡਾ ਮਕਸਦ ਆਪਣੀ ਪੰਜਾਬੀ ਨੂੰ ਬਚਾਉਣਾ ਹੈ, ਜੇ ਅਸੀਂ ਆਪਣੇ ਆਪ ਨੂੰ ਪੰਜਾਬੀ ਕਹਾਉਣ ਦੇ ਵਿੱਚ ਸ਼ਾਨ ਮਹਿਸੂਸ ਕਰਦੇ ਹਾਂ, ਤੇ ਫਿਰ ਸਾਡਾ ਪਹਿਲਾ ਔਰ ਆਖਰੀ ਹੱਕ ਇਹ ਬਣਦਾ ਕਿ ਅਸੀਂ ਕਿਸਾਨ ਦੇ ਨਾਲ ਖੜੇ ਹੋਈਏ। ਜਿਸ ਦਿਨ ਅਸੀਂ ਕਿਸਾਨ ਦੇ ਨਾਲ ਖੜੇ ਹੋ ਗਏ, ਸਮਝ ਲਓ ਅਸੀਂ ਪੰਜਾਬ ਦੇ ਨਾਲ ਖੜੇ ਹੋ ਗਏ। ਇੱਕ ਗੱਲ ਯਾਦ ਰੱਖਿਆ, ਜੇ ਜਿੱਥੇ ਕਿਸਾਨ ਜ਼ਿੰਦਾ ਹੁੰਦਾ ਹੈ ਨਾ, ਉੱਥੇ ਪੰਜਾਬ ਵੀ ਜ਼ਿੰਦਾਬਾਦ ਰਹਿੰਦਾ। ਮੇਰੀ ਦੁਆ ਹੈ ਕਿ ਪੰਜਾਬ ਜ਼ਿੰਦਾਬਾਦ ਰਵੇ, ਹੱਸਦਾ ਵਸਦਾ ਰਵੇ, ਸ਼ਾਦੋ ਆਬਾਦ ਰਵੇ। ਪਰ ਇਹ ਤਾਂ ਹੀ ਹੋਣਾ ਜੇ ਇੱਥੋਂ ਦਾ ਕਿਸਾਨ ਆਬਾਦ ਹੋਇਆ। ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਤੇ ਇੱਕ ਲਾਈਕ ਔਰ ਕਮੈਂਟ ਕਰਕੇ ਜ਼ਰੂਰ ਜਾਇਓ। ਜੇ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੇ ਤੁਸੀਂ ਮੇਰਾ ਚੈਨਲ ਵੇਖਣਾ ਛੱਡ ਸਕਦੇ ਹੋ। ਸਰਕਾਰਾਂ ਦੀ ਗੱਲ ਸੁਣ ਲਓ ਕਿ ਪਿਛਲੇ ਸਾਲ ਸਾਨੂੰ ਇਹਨਾਂ ਨੇ ਤਰਲੇ ਕਰ ਕਰਕੇ ਕਣਕਾਂ ਕਢਾਈਆਂ। ਕਣਕਾਂ ਦੀ ਬਿਜਾਈ ਇਹਨਾਂ ਨੇ ਕਰਵਾ ਦਿੱਤੀ ਕਿ ਅਸੀਂ ਤੁਹਾਡੇ ਕੋਲੋਂ ਕਣਕ ਖਰੀਦਾਂਗੇ 4000 ਨੂੰ। 3800 ਰੁਪਇਆ ਰੇਟ ਵੱਜ ਗਿਆ। ਇਹ ਖਾਦ ਜਿਹੜੀ 1500 ਨੂੰ 15000 ਨੂੰ DAP ਲੈ ਕੇ ਪਾਈਏ, 5500 ਨੂੰ ਯੂਰੀਆ ਲੈ ਕੇ ਪਾਈ। ਕਣਕ ਬੀਜੀ, ਕਣਕ ਪਾਲੀ, ਕਣਕ ਸੰਭਾਲੀ। ਜਦੋਂ ਕਣਕ ਵੇਚਣ ਦੀ ਵਾਰੀ ਆਈ, ਉਹੀ ਰੇਟ ਸਰਕਾਰਾਂ ਨੇ 1800 ਕਰ ਦਿੱਤਾ। ਕਹਿੰਦੇ ਜੀ ਵੇਚ ਲਓ ਜਿੱਥੇ ਤੁਹਾਡਾ ਦਿਲ ਕਰਦਾ, ਜਿੱਥੇ ਵਿਕਦੀ ਹੈ ਵੇਚ ਲਓ। ਉਹ ਹੀ ਕਿਸਾਨ ਆਪਣੇ ਘਰ ਫਸਲ ਬੰਨ ਕੇ ਨਹੀਂ ਰੱਖ ਸਕਦਾ, ਕਿਉਂਕਿ ਉਹਨੇ ਅਗਲੀ ਫਸਲ ਤੇ ਖਰਚਾ ਕਰਨਾ ਹੁੰਦਾ। ਠੀਕ ਹੈ, ਉਹ ਕਣਕ 1800 ਨੂੰ ਕਿਸਾਨਾਂ ਨੇ ਵੇਚੀ, ਮੰਡੀਆਂ ਦੇ ਵਿੱਚ ਸੱਟੀ। ਉਹੀ ਕਣਕ 2 ਮਹੀਨਿਆਂ ਬਾਅਦ 3800 ਨੂੰ ਵਿਕ ਰਹੀ ਹੈ। ਅੱਜ ਵੀ ਕਣਕ ਦਾ ਰੇਟ 3800 ਤੋਂ 4000 ਤੱਕ ਹੈ। ਸਾਡੇ ਕੋਲੋਂ 1800 ਨੂੰ ਲੈ ਕੇ ਸਟਾਕੀਏ ਨੇ ਸਟਾਕ ਕੀਤੀ, ਆੜਤੀਆਂ ਨੇ ਸਟਾਕ ਕੀਤੀ। ਹੁਣ ਜਦੋਂ 2 ਮਹੀਨਿਆਂ ਬਾਅਦ ਉਹੀ ਕਣਕ ਉਹੀ ਬੰਦੇ ਵੇਚ ਰਹੇ ਨੇ 4000 ਨੂੰ 3800 ਨੂੰ, ਕੀ ਗੱਲ ਕਿਸਾਨ ਦੀ ਕਿਉਂ ਨਹੀਂ ਖਰੀਦੀ ਗਈ? ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਉਹੀ ਕਣਕ ਉਹੀ ਵਕਤ ਸਿਰਫ 2 ਮਹੀਨਿਆਂ ਬਾਅਦ ਸਟਾਕੀਆ ਵੇਚ ਰਿਹਾ 4000 ਨੂੰ, ਕਿਸਾਨ ਕੋਲੋਂ ਖਰੀਦੀ ਉਹਨੇ 1800 ਨੂੰ।
ਇਹ ਗੱਲ ਇਹਨਾਂ ਕੋਲੋਂ ਕੋਈ ਨਹੀਂ ਪੁੱਛਣ ਵਾਲਾ। ਕਿਸਾਨ ਦੇ ਤੇ ਉਦੋਂ ਇਹਨਾਂ ਨੇ ਕੋਠਿਆਂ 'ਚ ਵੀ ਕਢਾ ਲਈ ਸੀ, ਪਰਚੇ ਹੋ ਗਏ ਸਨ, ਤੇ ਸਟਾਕੀਆਂ ਨੇ ਵੀ ਤੇ ਸਟਾਕ ਕਰਕੇ ਰੱਖੀ ਹੈ। ਅੱਜ ਵੀ ਕਣਕ ਮੰਡੀਆਂ ਦੇ ਵਿੱਚ ਵੇਖ ਰਹੀ ਹੈ। ਇਹ ਕਿੱਥੋਂ ਲੈ ਕੇ ਆ ਰਹੇ ਨੇ? ਕੋਈ ਨਹੀਂ ਇਹਨਾਂ ਨੂੰ ਪੁੱਛ ਸਕਦਾ। ਇੰਨੀ ਕੁ ਸਾਡੀ ਗੁਜ਼ਾਰਿਸ਼ ਹੈ, ਇੰਨੀ ਕੁ ਸਾਡੀ ਮੰਨ ਲਈ ਜਾਵੇ। ਸਾਡਾ ਪੰਜਾਬ, ਸਾਡਾ ਕਿਸਾਨ, ਸਾਡੀ ਪੰਜਾਬੀ ਰੁੜ ਚੱਲੀ ਹੈ। ਇਸ ਨੂੰ ਬਚਾ ਲਓ ਜੇ ਕੋਈ ਬਚਾ ਸਕਦਾ ਤੇ।